जोशी फाउंडेशन ते हार्ट फाउंडेशन वालों एक उपराला किया गया है। मैडिकल कैंप लगाया गया है, जोड़ा कि फोर्थ मैडिकल कैंप है, जिहदे विच हर तरह का डॉक्टर तुहानूं इत्थे अवेलेबल मिलेगा। डिफरेंट काउंटर्स लगाए गए हैं, डिफरेंट स्टॉल्स लगाए गए हैं, होम्योपैथिक, आयुर्वेदा, हर तरह के, यूनानी, वेदा, तिब्बतन, कुछ नाम तुसीं सुने भी नहीं होणगे, उन्हां बारे तुहानूं जानकारी देवांगे। मेरे नाल इस टाइम ते ने HK बाली जी, जोड़े कि हार्ट स्पैशलिस्ट ने, उन्हां नाल भी गल करते हैं। सत श्री अकाल सर। सत श्री अकाल जी। जिवें कि सर अज हैल्थ चैकअप कैंप लगा है, ये की कुछ खास रहने वाला है? देखो, ये सब तो वड्डा कैंप जोड़ा है साडे कंट्री विच है, कंप्रीहेंसिव कैंप है। ਇਹਦੇ ਵਿੱਚ सिर्फ मैडिकल एलोपैथिक स्पैशलिटी ਜਿਹੜੀ ਟਰਸ਼ੀ ਸਪੈਸ਼ਲਿਟੀਜ਼ ਹੁੰਦੀਆਂ ਹਨ ਉਹਨਾਂ ਨੂੰ ਦਾ ਨਹੀਂ ਹੈਗਾ। ਬਾਕੀ ਵੀ ਜਿਹੜੀ ਸਪੈਸ਼ਲਿਟੀਜ਼ ਹੈਗੀਆਂ, ਚਾਹੇ ਆਯੁਰਵੈਦਿਕ ਹੋ, ਯੂਨਾਨੀ ਹੋ, ਕਿਸੇ ਵੀ ਕਿਸਮ ਦੀ ਹੋ, ਸੋ ਕੰਪਰੀਹੈਂਸਿਵ ਹੈਲਥ ਚੈੱਕਅਪ ਹੈ। ਤੁਸੀਂ ਦੇਖ ਰਹੇ ਹੋ ਕਿ ਕਾਫੀ ਲੋਕ ਇੱਥੇ ਆਏ ਹੈ ਔਰ ਆਪਣਾ ਇਹਦਾ ਫਾਇਦਾ ਉਠਾ ਰਹੇ ਹੈ। ਜੇਕਰ ਅਸੀਂ ਗੱਲ ਕੀਤੀ ਜਾਏ ਕਿ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਪਰ ਕਿਹੜੀ ਬਿਮਾਰੀਆਂ ਨੇ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਫੈਲ ਰਹੀਆਂ ਨੇ? ਇੱਕ ਤਾਂ ਇਹ ਹੈ ਕਿ ਜਿਹੜੇ ਲਾਈਫ ਸਟਾਈਲ ਡਿਜ਼ੀਜ਼ ਹੈਗੇ, ਜਿਹਦੇ 'ਚ ਅਸੀਂ ਕਹਿੰਦੇ ਬਲੱਡ ਪ੍ਰੈਸ਼ਰ ਹੋਇਆ, ਡਾਇਬਟੀਜ਼ ਹੋਈ, ਹਾਰਟ ਦੀ ਬਿਮਾਰੀਆਂ ਹੋਈਆਂ, ਇਹ ਕਾਫੀ ਜ਼ਿਆਦਾ ਫੈਲ ਰਹੀਆਂ ਹਨ। ਔਰ ਡਾਇਬਟੀਜ਼ ਤਾਂ ਇੰਨੀ ਜ਼ਿਆਦਾ ਹੋ ਗਈ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ 7-8% ਲੋਕਾਂ ਨੂੰ ਡਾਇਬਟੀਜ਼ ਦੀ ਸ਼ਿਕਾਇਤ ਇਸ ਵੇਲੇ ਹੈ। ਔਰ ਹਾਰਟ ਦੀ ਬਿਮਾਰੀਆਂ ਵੀ ਇੰਨੀਆਂ ਵੱਧ ਗਈਆਂ ਸਾਡੇ ਕੰਟਰੀ ਵਿੱਚ, ਓਵਰਆਲ ਪੰਜਾਬ 'ਚ ਵੀ ਅਤੇ ਸਾਰੇ ਕੰਟਰੀ ਵਿੱਚ, ਕਿ ਅਗਰ ਅਸੀਂ ਕੁਛ ਨਹੀਂ ਕੀਤਾ ਤਾਂ ਕੁਝ ਸਾਲਾਂ 'ਚ ਡਾਇਬਟਿਕ ਅਤੇ ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਬਿਮਾਰੀ ਦਾ ਕੈਪੀਟਲ ਬਣ ਜਾਏਗੀ ਦੁਨੀਆ ਵਿੱਚ। ਅਤੇ ਅਸੀਂ ਸਮਝਦੇ ਹਾਂ ਕਿ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਹੈ ਔਰ ਅਰਲੀ ਸਟੇਜ ਤੋਂ ਕਰਨ ਦੀ ਜ਼ਰੂਰਤ ਹੈ। ਸਾਡੇ ਜਿਹੜੇ ਬੱਚੇ ਹੈਗੇ ਹੈ, ਗ੍ਰੈਂਡ ਚਿਲਡਰਨ ਹੈਗੇ ਹੈ, ਉਹਨਾਂ ਨੂੰ ਅਗਰ ਅਸੀਂ ਅੱਛੇ ਲਾਈਫ ਸਟਾਈਲ ਦੇ ਬਾਰੇ ਜਲਦੀ ਦੱਸਾਂਗੇ ਤੇ ਅਗਲੇ ਕੁਝ ਸਾਲਾਂ ਤੱਕ ਜਾ ਕੇ ਅਸੀਂ ਇਸ ਬਿਮਾਰੀ ਨੂੰ ਰੋਕ ਪਾ ਸਕਾਂਗੇ। ਜਿਵੇਂ ਕਿ ਇਸ ਟਾਈਮ ਵਿੰਟਰ ਸੀਜ਼ਨ ਚੱਲਦਾ ਪਿਆ ਹੈ ਤੇ ਇਸ ਟਾਈਮ ਦੇ ਉੱਪਰ ਅਸਥਮਾ ਦੇ ਕੇਸਿਸ ਬਹੁਤ ਜ਼ਿਆਦਾ ਆਉਂਦੇ ਨੇ, ਜਿਹੜੇ ਕਿਉਂਕਿ ਠੰਡ ਦੇ ਨਾਲ ਉਹਨਾਂ ਨੂੰ ਕਾਫੀ ਡਿਫਿਕਲਟੀ ਆਉਂਦੀ ਹੈ। ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕੀ ਪ੍ਰੀਕਾਸ਼ਨਸ ਲੈ ਸਕਦੇ ਨੇ? ਅਸਥਮਾ ਦੇ ਬਾਰੇ ਤਾਂ ਕਹਾਂਗਾ ਹੀ ਮੈਂ, ਹਾਰਟ ਦੇ ਬਾਰੇ ਵੀ ਕਹਾਂਗਾ, ਕਿਉਂਕਿ ਇਸ ਵਿੰਟਰ ਵਿੱਚ ਹਾਰਟ ਦੀ ਬਿਮਾਰੀਆਂ ਵੀ ਵਧਦੀਆਂ, ਹਾਰਟ ਅਟੈਕ ਵੀ ਵਧਦੇ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪੇਸ਼ੈਂਟ ਹਾਰਟ ਦੇ ਮਰੀਜ਼ ਹੈਗੇ ਹੈ ਉਹ ਆਪਣੇ ਖਾਸ ਖਿਆਲ ਰੱਖਣ, ਆਪਣਾ ਵਾਰਮ ਰੱਖਣ, ਲੂਜ਼ ਅਤੇ ਵਾਰਮ ਕਲੋਥ ਰੱਖਣ, ਐਕਸਟ੍ਰੀਮ ਕੋਲਡ ਨੂੰ ਅਵਾਇਡ ਕਰਨ। ਔਰ ਜਿਹੜਾ ਅਗਰ ਮਾਰਨਿੰਗ ਵਾਕ ਕਰਦੇ ਆ ਉਹ ਉਸ ਵੇਲੇ ਕਰਨ ਜਿਸ ਵੇਲੇ ਟੈਂਪਰੇਚਰ ਕੰਫਰਟੇਬਲ ਹੋਏ। ਐਕਸਟ੍ਰੀਮ ਕੋਲਡ ਨੂੰ ਬਿਲਕੁਲ ਅਵਾਇਡ ਕਰਨ। ਨਾ ਕਿ ਸਿਰਫ ਹਾਰਟ ਅਟੈਕ ਜ਼ਿਆਦਾ ਹੁੰਦੇ ਨੇ, ਹਾਰਟ ਫੇਲੀਅਰ ਦੇ ਵਰਸਨਿੰਗ ਹੋਣ ਦੇ ਵੀ ਚਾਂਸਿਸ ਜ਼ਿਆਦਾ ਹੁੰਦੇ ਆ, ਅਤੇ ਉਹਨਾਂ ਨੂੰ ਵੀ ਆਪਣਾ ਖਿਆਲ ਰੱਖਣਾ ਚਾਹੀਦਾ। ਅਸੀਂ ਇਹ ਵੀ ਰਿਕਮੈਂਡ ਕਰਦੇ ਹਾਂ ਕਿ ਜਿਨ੍ਹਾਂ ਨੂੰ ਹਾਰਟ ਦੀ ਬਿਮਾਰੀ ਹੈ ਜਾਂ ਲੰਗਸ ਦੀ ਬਿਮਾਰੀ ਹੈ, ਜਿਸ ਤਰ੍ਹਾਂ ਤੁਸੀਂ ਬ੍ਰੌਂਕੀਅਲ ਅਸਥਮਾ ਦਾ ਜ਼ਿਕਰ ਕੀਤਾ ਜਾਂ ਕਰੋਨਿਕ ਪਲਮਨਰੀ ਡਿਜ਼ੀਜ਼ ਕੋਈ ਵੀ ਹੈ, COPD ਹੈ, ਤਾਂ ਉਹਨਾਂ ਨੂੰ ਇਨਫਲੂਐਂਜ਼ਾ ਦੀ ਅਤੇ ਨਿਮੋਨੀਆ ਦੀ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ ਵਿੰਟਰ ਦੇ ਸ਼ੁਰੂ ਹੋਣ ਦੇ ਪਹਿਲੇ। ਸੋ ਸਿੱਧਾ, ਯੂਨਾਨੀ, ਤਿੱਬਤਨ, ਇਹ ਜਿਹੜੇ ਡਿਫਰੈਂਟ ਨਾਮ ਨੇ ਜਿਨ੍ਹਾਂ ਦੇ ਉੱਪਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ, ਅਤੇ ਤੁਹਾਨੂੰ ਡਿਫਰੈਂਟ ਕਾਊਂਟਰਸ ਵੀ ਦਿਖਾਵਾਂਗੇ। ਸਾਡੇ ਨਾਲ ਇਸ ਟਾਈਮ 'ਤੇ ਵਨੀਤ ਜੋਸ਼ੀ ਜੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਨੀਤ ਜੀ, ਜਿਵੇਂ ਕਿ ਅੱਜ ਤੁਸੀਂ ਮੈਡੀਕਲ ਕੈਂਪ ਲਗਾਇਆ ਹੈ ਅਤੇ ਇਹਨੂੰ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਾ? ਇਸ ਸਾਰੀ ਚੀਜ਼ ਨੂੰ ਇੱਕ ਜਗ੍ਹਾ 'ਤੇ ਲੈ ਕੇ ਆਉਣਾ, ਸਾਰੇ ਡਾਕਟਰਸ ਨੂੰ ਇੱਕ ਜਗ੍ਹਾ 'ਤੇ ਲੈ ਕੇ ਆਉਣਾ, ਜਿਹੜੇ ਇੱਥੇ ਆਡੀਅנס ਆਈ ਹੋਈ ਹੈ ਜਾਂ ਜਿਹੜੇ ਪੇਸ਼ੈਂਟਸ ਆਏ ਹੋਏ ਨੇ ਉਹਨਾਂ ਨੂੰ ਇੱਕ ਜਗ੍ਹਾ 'ਤੇ ਲੈ ਕੇ ਆਉਣਾ, ਉਹਨੂੰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਾ ਅਤੇ ਕਿਸ ਤਰੀਕੇ ਨਾਲ ਕੀਤਾ ਗਿਆ? ਦੇਖੋ, ਇਹ ਸਾਡਾ ਚੌਥਾ ਮੈਡੀਕਲ ਕੈਂਪ ਹੈ ਔਰ ਪਹਿਲਾ ਮੈਡੀਕਲ ਸਾਡਾ ਐਲੋਪੈਥੀ ਸੀ, ਦੂਜਾ ਐਲੋਪੈਥੀ ਆਯੁਰਵੇਦਾ ਹੋਮੋਪੈਥੀ ਸੀ, ਔਰ ਚੌਥਾ ਪਹੁੰਚਦੇ ਐਲੋਪੈਥੀ ਆਯੁਰਵੇਦਾ ਹੋਮੋਪੈਥੀ ਸਿੱਧਾ ਯੂਨਾਨੀ ਮੈਡੀਕਲ ਐਸਟ੍ਰੋਲੋਜੀ ਤਿੱਬਤਨ ਹਰ ਤਰ੍ਹਾਂ ਦੀ ਟ੍ਰੀਟਮੈਂਟ ਆਪਸ਼ਨ ਜਿਹੜੀ ਇੰਡੀਆ 'ਚ ਹੈਗੀ ਹੈ ਉਸ ਕੈਂਪ 'ਚ ਅਵੇਲੇਬਲ ਹੈ, ਇੱਕ ਛੱਤ ਥੱਲੇ ਅਵੇਲੇਬਲ ਹੈ। ਦੇਖੋ, ਲੋਕ ਬਿਮਾਰ ਪੈਂਦੇ ਨੇ ਅਤੇ ਉਹਦਾ ਟ੍ਰੀਟਮੈਂਟ ਆਪਸ਼ਨ ਲੱਭਦੇ ਨੇ। ਐਲੋਪੈਥੀ ਦੀ ਟ੍ਰੀਟਮੈਂਟ ਕਰਨ ਦੀ ਇੱਕ ਸੀਮਾ ਹੈ, ਲੇਕਿਨ ਆਯੁਰਵੇਦਾ ਦੀ ਸੀਮਾ ਨਹੀਂ ਹੈ, ਹੋਮੋਪੈਥੀ ਦੀ ਨਹੀਂ ਹੈ। ਇਹਦੇ ਇਲਾਵਾ ਨੈਚੁਰੋਪੈਥੀ, ਨਿਊਰੋਥੈਰੇਪੀ ਵੀ ਸਾਡੀ ਇੰਡੀਆ ਦੇ ਅੰਦਰ ਇੱਕ ਬੜੀ ਵੰਡਰਫੁਲ ਜਿਹੜੀ ਟ੍ਰੀਟਮੈਂਟ ਆਪਸ਼ਨਸ ਹੈਗੇ ਨੇ, ਅਸੀਂ ਉਹ ਸਭ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਲੋਕਾਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਤੁਸੀਂ ਬਿਮਾਰ ਪੈਂਦੇ ਹੋ ਤੁਸੀਂ ਇਸ ਕਰਕੇ ਪੈਂਦੇ ਹੋ ਕਿ ਸਬਜ਼ੀਆਂ ਤੁਸੀਂ ਖਾਂਦੇ ਹੋ ਉਹ ਦੂਸ਼ਿਤ ਹੁੰਦੀਆਂ, ਪੈਸਟੀਸਾਈਡਸ ਹੁੰਦੇ ਨੇ ਉਹਦੇ ਅੰਦਰ। ਇੱਥੇ ਅਸੀਂ ਉਹਨਾਂ ਕਿਸਾਨਾਂ ਨੂੰ ਬੁਲਾਇਆ ਹੈ ਜਿਹੜੇ ਚੰਡੀਗੜ੍ਹ ਦੇ ਆਸ-ਪਾਸ ਰਹਿੰਦੇ ਨੇ ਔਰ ਚੰਡੀਗੜ੍ਹ 'ਚ ਆ ਕੇ ਜਿਹੜਾ ਹੈਗਾ ਆਰਗੈਨਿਕ ਵੈਜੀਟੇਬਲਸ ਵੇਚਦੇ ਨੇ, ਤਾਂ ਕਿ ਲੋਕਾਂ ਜਿਹੜੇ ਆਰਗੈਨਿਕ ਵੈਜੀਟੇਬਲ ਖਾਣਾ ਚਾਹੁੰਦੇ ਨੇ
ਨੇ ਉਹਨਾਂ ਨੂੰ ਆਰਗੈਨਿਕ ਵੈਜੀਟੇਬਲਸ ਬਾਰੇ ਪਤਾ ਲੱਗ ਸਕੇ ਔਰ ਉੱਥੋਂ ਖਰੀਦ ਸਕਣ। ਇਸ ਕੈਂਪ ਵਾਸਤੇ ਸਾਡਾ ਉਪਰਾਲਾ ਐਫਰਟ ਬਹੁਤ ਵੱਡਾ ਹੈ। लगभग 1.5-2 महीने हो गए हैं। ਅਸੀਂ ਘਰ ਘਰ ਜਾ ਕੇ ਲਗਭਗ 8000 ਫਾਰਮ ਭਰਵਾਇਆ ਹੈ ਔਰ 4000 ਦੇ ਕਰੀਬ ਲੋਕਾਂ ਦਾ ਅਸੀਂ ਫ੍ਰੀ ਬਲੱਡ ਟੈਸਟ ਕਰ ਚੁੱਕੇ ਹਾਂ। ਫ੍ਰੀ ਬਲੱਡ ਵਿੱਚ RFT ਹੁੰਦਾ ਹੈ ਤੁਹਾਡਾ ਕਿਡਨੀ ਦਾ, LFT ਹੁੰਦਾ ਲੀਵਰ ਦਾ, ਲਿਪਿਡ ਹੁੰਦਾ ਕੋਲੇਸਟ੍ਰੋਲ ਦਾ, ਫਿਰ ਹੁੰਦਾ ਹੈ CBC ਬਲੱਡ ਦਾ, ਫਿਰ ਇੱਕ ਹੁੰਦਾ ਹੈ ਫਾਸਟਿੰਗ ਸ਼ੂਗਰ ਔਰ ਜਿਨ੍ਹਾਂ ਦੀ ਫਾਸਟਿੰਗ ਸ਼ੂਗਰ 140 ਤੋਂ ਉੱਪਰ ਆਈ ਹੈ ਉਹਨਾਂ ਦਾ HbA1c। ਸੋ ਇਹ ਕਰ ਰਹੇ ਲਗਭਗ 1800-1900 ਰੁਪਏ ਦਾ ਮਾਰਕੀਟ 'ਚ ਟੈਸਟ ਹੁੰਦਾ ਜਿਹੜਾ ਅਸੀਂ ਫ੍ਰੀ ਆਫ ਕਾਸਟ ਲੋਕਾਂ ਦਾ ਅਸੀਂ ਕੀਤਾ ਹੈ ਇਹ ਕੈਂਪ 'ਚ ਆਉਣ ਤੋਂ ਪਹਿਲੇ ਔਰ ਕੈਂਪ 'ਚ ਰਿਪੋਰਟ ਦਿੱਤੀ ਹੈ। ਭਾਵ ਇਹ ਹੈ ਕਿ ਅਸੀਂ ਲੋਕਾਂ ਨੂੰ 360 ਡਿਗਰੀ ਇੱਥੇ ਮੈਡੀਕਲ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਥੈਂਕ ਯੂ ਵੈਰੀ ਮੱਚ। ਸੋ ਤੁਹਾਨੂੰ ਲੈ ਕੇ ਚੱਲਦੇ ਹਾਂ ਡਿਫਰੈਂਟ ਕਾਊਂਟਰਸ ਦੇ ਉੱਪਰ। ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਆਯੁਰਵੇਦਾ ਦਾ ਕਾਊਂਟਰ ਜਿੱਥੇ ਕਿ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹੈਲਥ ਨੂੰ ਲੈ ਕੇ ਉਹਨਾਂ ਨੇ ਰਿਸਰਚ ਕੀਤੀ ਹੈ ਤੇ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਸਾਡਾ ਭਾਰਤ ਹੈ ਉਹਨੇ ਕਿਸ ਤਰੀਕੇ ਦੇ ਨਾਲ ਰਿਸਰਚ ਕੀਤੀ ਹੈ ਤੇ ਇਹ ਜਿਹੜੀ ਰਿਸਰਚ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਵੀ ਜਾਂਦੀ ਹੈ। आयुर्वेदिक जैसे कि हम सभी जानते हैं ये पुरातन जो अपना स्टार्टिंग से यही होता था पहले। तब सभी की एज भी हम देखते हैं 100 साल से ऊपर एवरेज एज, आजकल 60 भी मैक्सिमम हम कह सकते हैं। मतलब एलोपैथी का हमें ये रिज़ल्ट मिला है कि माना कि उसमें चेकअप वगैरह आजकल एडवांस टेक्नोलॉजी आ गई है, लेकिन पहले के सिस्टम में क्या था, नब्ज़ देखकर चेक करते थे। आज भी वही सब कुछ है, बस थोड़ा लोगों की जानकारी उसकी तरफ कम है। तो आने वाले समय में फिर दोबारा आयुर्वेद ही आएगा। इसमें कोई भी साइड इफ़ेक्ट नहीं होता मेडिसिन का, बहुत ही इफेक्टिव मेडिसिन है और ये बिल्कुल भी हार्मफुल नहीं है, बहुत फ़ायदेमंद है कोई भी इसमें आप यूज़ करें। हर साल के भांति इस वर्ष भी जोशी फाउंडेशन ने जो कार्यक्रम रखा है, हर साल रखते हैं। मैंने लास्ट ईयर उनको रिक्वेस्ट की थी कि बड़ा करो, 3 दिन का होना चाहिए। अगले साल से वो 3 दिन का या 2 दिन का करेंगे। 1 दिन के अंदर पूरा प्रोग्राम नहीं हो पाता है। सब इन्होंने जो डिसिप्लिन्स हैं, जो स्ट्रीम्स हैं, उस पर ध्यान रखा है। योगा से लगाकर और अपने डायबिटीज़ से कैसे प्रिवेंटिव पर ज़्यादा ध्यान रखा है। सब यहाँ पे स्टॉल्स लगाई हैं। मैं बहुत बहुत इनको आभार भी व्यक्त करता हूँ, धन्यवाद भी देता हूँ। ये बहुत अच्छा कार्यक्रम चंडीगढ़ में रखा है। हमारे रोटरी भी रखते हैं, हमारे लायंस वाले भी रखते हैं। ऐसे बहुत सारे कार्यक्रम होते हैं, पर खुशी है कि विनीत ने इतना अच्छा कार्यक्रम रखा और कितने लोग यहाँ पे आ रहे हैं। करीब 20,000 एक दिन के अंदर उनको एडवाइस भी मिलेगी, कंसल्टेंसी भी मिलेगी, उनकी जांच भी होगी, ब्लड का भी यहाँ पे जो डोनेशन करना चाहते हैं वो भी होगा और जो डोनर्स हैं उन पर भी ध्यान रखा गया है कि कैसे आई का और दूसरे पार्ट्स का डोनर्स भी बन सकते हैं। ये सब कार्यक्रम यहाँ पे है, एक ही जगह इतना सारा बड़ा कार्यक्रम। मुझे खुशी है कि इन्होंने रखा है। हम जो यूटी के एडमिनिस्ट्रेशन है उनका पूरा सहयोग हम लोगों ने इनको दिया है, क्योंकि ऐसे कार्यक्रम में हम भी साथ लगते हैं। धन्यवाद। आजकल तो योग बहुत ज़ोरदार से सब जगह फैल रहा है, पूरे दुनिया में हो रहा है। हमारे प्राइम मिनिस्टर नरेंद्र मोदी जी ने इसको इतना बड़ा ये दिन दिया, इंटरनेशनल डे ऑफ योगा, जिधर से हर एक गांव तक पहुंच रहा है भारत में और विश्व में सब कंट्रीज़ में चल रहा है। क्यों ये हो रहा है? ये लाइफस्टाइल को लाने का ये विषय है। तो हम बोलते हैं प्रिवेंशन इज़ बेटर दैन क्योर, परंतु प्रिवेंशन के लिए हम कुछ करते हैं क्या? यदि आपका हेल्थ बजट देखेंगे उसका 1% है बजट, इसलिए कैसा प्रिवेंशन होगा? अगर हम बात करें कि योगा आसन की, तो कौन सा ऐसा योगा आसन है, मैं पूरे हम एक कोई ऐसा आसन है जो हम रोज़ डेली कर सकते हैं? शवासन, आराम से शवासन करना, रिलैक्सेशन करना। परंतु योग सिर्फ आसन नहीं है, ये एक महासागर है। उसमें एक बिंदु है सिर्फ आसन, उसमें ज्ञान योग, राजयोग, भक्ति योग, कर्म योग सब है। तो एक जीवन जीने का कला है। हर एक काम जो करते हैं उसको योग में परिवर्तन करना, आनंद से करना, प्यार से करना। ऐसा बहुत प्यारी है ना, बहुत हंसते हंसते करते हैं, ये योग है। हमारी लाइफ में पीस नहीं रहा, जहाँ हमारी लाइफ में खुशहाली नहीं है, हम आनंद से नहीं रह रहे, तो इसके लिए हमें क्या क्या करना चाहिए लाइफ में और कौन सी ऐसी चीज़ें हैं जिसके साथ हम खुश रह सकते हैं? क्योंकि इस टाइम पे लोगों के अंदर तनाव बहुत है। आजकल बहुत तनाव ज़्यादा हो रहा है, इसलिए तनाव को कम करना यही योग का विशेष है। मन को शांत करना यही तनाव कम करने का है।
परंतु आजकल विद्याभ्यास में क्या हुआ है, मन को जोरदार से फास्टर माइंड, क्विकर माइंड, ब्रिलियंट माइंड, फटाफट जोरदार होना, इसलिए मन बिगड़ रहा है इधर उधर। उसको शांत करना, मन प्रशमन उपाय बोलते हैं, मन को शांत करना, उसी को हम सिखाना है। इसलिए हम विद्याभ्यास क्रम में सब जगह में हम उसको एक सिलेबस बनाया। योग को हम NCT ने बनाया, NCERT बनाया, UGC ने बनाया, सब जगह में योग को लाने के लिए विद्याभ्यास में लाना है। तभी बचपन से ये आदत बन जाएगा तो आने से रहने बहुत अच्छा बन सकता है। ਇਹ ਜੀ ਬਹੁਤ ਜ਼ਰੂਰੀ ਹੈ। ਕਾਰਨ ਹੈ ਕਿ ਇੱਕ ਤੋਂ ਅਵੇਅਰਨੈਸ ਜ਼ਰੂਰੀ ਹੈ, ਕਿਉਂਕਿ ਸਾਡੇ ਡੇ ਬਾਏ ਡੇ ਸਾਡਾ ਖਾਣ ਪਾਨ, ਸਾਡੇ ਜਿਵੇਂ ਅੱਜ ਇਹਨਾਂ ਨੇ ਸਬਜ਼ੀਆਂ ਵਾਲਾ ਪ੍ਰਕਲਪ ਵੀ ਜਿਹੜੇ ਆਰਗੈਨਿਕ ਚੀਜ਼ਾਂ ਜਿਹੜੇ ਬਣਾ ਰਹੇ ਉਹ ਵੀ ਆਏ ਨੇ, ਉਹ ਅਵੇਅਰਨੈਸ ਕਰਨ ਵਾਸਤੇ ਕਿ ਅਸੀਂ ਪੈਸਟੀਸਾਈਡ ਦਾ ਖਹਿੜਾ ਛੱਡੀਏ। ਔਰ ਪੈਸਟੀਸਾਈਡ ਜੋ ਆਪਾਂ ਜ਼ਹਿਰ ਕਈ ਤਾਂ ਕਹਿੰਦੇ ਜੇ ਆਪਾਂ ਨੂੰ ਕੋਈ ਦੱਸ ਦੇਵੇ ਵੀ ਇਹ ਚੀਜ਼ ਨਹੀਂ ਲੈਣੀ, ਉਸ ਦੇ ਬਾਵਜੂਦ ਜਾਣਦੇ ਹੋਏ ਵੀ ਆਪਾਂ ਖਾਂਦੇ ਹਾਂ। ਉਸ ਤੋਂ ਅਵੇਅਰ ਕਰਾਉਣਾ ਔਰ ਲੋਕਾਂ ਦੀ ਫ੍ਰੀ ਸੇਵਾ, ਜਿਹੜੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬਾਨ ਨੇ ਕਿਹਾ, कर्म करत होवे ने कर्म तिस वैष्णव का निर्मल धर्म, सेवा करत होए ने कामी तिसको होत परापत स्वामी। तो नर सेवा नारायण सेवा, तो ये मेरे ख्याल से बहुत बड़ा उपराला जोशी फाउंडेशन का, नारायण की सेवा करने वास्ते, एक मनुखता की सेवा करने वास्ते, और एक छत के थले इत्थे आयुर्वेद भी है, एलोपैथी भी है, होम्योपैथी भी है, तिब्बतन भी है, और मैडिकल एस्ट्रोलॉजी भी है, और सारिया चीज़ां। और मेरे ख्याल ਦੇ ਵਿੱਚ मैं ਅੱਜ तक इस तरह का कैंप आयोजन ਜਿਹੜਾ ਕੀਤਾ ਹੋਇਆ नहीं देखा, और ये इन्हों का चौथा कैंप है, और बहुत बड़ा उपराला जोशी फाउंडेशन ने किया है। विनीत हरां दी और उन्होंने भाई साहब सौरभ की जिन्नी भी उन्होंने प्रशंसा की जाए थोड़ी है, क्योंकि ये अजोके समय की लोड़ है। ਸੋ ਤੁਸੀਂ ਦੇਖ ਸਕਦੇ ਹੋ ਕਿ ਜੋਸ਼ੀ ਫਾਊਂਡੇਸ਼ਨ ਤੇ ਹਾਰਟ ਫਾਊਂਡੇਸ਼ਨ ਵੱਲੋਂ ਡਿਫਰੈਂਟ ਸਟਾਲਸ ਲਗਾਏ ਗਏ ਨੇ। ਆਯੁਰਵੇਦਾ, ਹੋਮਿਓਪੈਥਿਕ, ਹਰ ਤਰ੍ਹਾਂ ਦਾ, ਯੂਨਾਨੀ, ਵੇਦਾ, ਸਿੱਧਾ, ਇਹ ਸਾਰੇ ਤਰ੍ਹਾਂ ਦੇ ਜਿਹੜੇ ਸਟਾਲਸ ਲੱਗੇ ਹੋਏ ਨੇ, ਤੇ ਹਰ ਤਰ੍ਹਾਂ ਦਾ ਡਾਕਟਰ ਵੀ ਇੱਥੇ ਅਵੇਲੇਬਲ ਹੈ। ਤੇ ਇੱਥੇ ਇੱਕ ਬੜੀ ਡਿਫਰੈਂਟ ਜੀ ਗੱਲ ਦੇਖਣ ਨੂੰ ਮਿਲੀ ਹੈ ਕਿ ਸਿਹਤ ਨੂੰ ਵਧੀਆ ਬਣਾਉਣ ਵਾਸਤੇ, ਸਿਹਤ ਨੂੰ ਪਰਫੈਕਟ ਰੱਖਣ ਵਾਸਤੇ ਇੱਕ ਆਰਗੈਨਿਕ ਫੂਡ ਦਾ ਲੱਗਿਆ ਹੋਇਆ ਸਟਾਲ, ਜਿਹਦੇ ਵਿੱਚ ਸਬਜ਼ੀਆਂ ਉਗਾਈ ਗਈਆਂ ਨੇ ਆਰਗੈਨਿਕ ਤਰੀਕੇ ਦੇ ਨਾਲ, ਫਰੂਟਸ ਉਗਾਏ ਗਏ ਨੇ ਆਰਗੈਨਿਕ ਤਰੀਕੇ ਦੇ ਨਾਲ, ਚਾਵਲ ਉਗਾਏ ਗਏ ਨੇ, ਗੁੜ ਬਣਾਇਆ ਗਿਆ ਹੈ ਆਰਗੈਨਿਕ ਤਰੀਕੇ ਦੇ ਨਾਲ। ਸੋ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਨੇ ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮੀਦਵਾਰ ਜੀ। ਉਹਨਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਰਗੈਨਿਕ ਸਬਜ਼ੀਆਂ ਉਗਾਈਆਂ ਗਈਆਂ ਨੇ ਤੇ ਕਿੰਨੀ ਕੁ ਮਿਹਨਤ ਲੱਗਦੀ ਹੈ ਇਹਨਾਂ ਨੂੰ ਉਗਾਉਣ ਦੇ ਵਿੱਚ। ਮਿਹਨਤ ਤਾਂ ਇਹ 'ਚ ਲੱਗਦੀ ਹੈ, ਕਿਉਂਕਿ ਇਹਦੇ 'ਚ ਕੈਮੀਕਲ ਇਸਤੇਮਾਲ ਨਹੀਂ ਹੁੰਦਾ, ਇਹਦੇ 'ਚ ਕਿਸੇ ਤਰ੍ਹਾਂ ਦਾ ਜ਼ਹਿਰ ਨਹੀਂ ਪਾਇਆ ਜਾਂਦਾ, ਔਰ ਬਿਨਾਂ ਕੈਮੀਕਲ ਤੋਂ ਤੁਸੀਂ ਮੈਨੇਜ ਕਰਨਾ, ਅਗਰ ਪੈਸਟ ਨੂੰ ਕੰਟਰੋਲ ਕਰਨਾ ਹੈ, ਕ੍ਰੌਪ ਹੈਲਥ ਕੰਟਰੋਲ ਕਰਨੀ, ਨਿਊਟ੍ਰੀਸ਼ਨ ਕੰਟਰੋਲ ਕਰਨਾ ਹੈ, ਉਹ ਮੈਨੇਜ ਕਰਨਾ ਹੈ, ਉਹ ਮਿਹਨਤ ਲੱਗਦੀ ਹੈ, ਔਰ ਉਹ ਮਿਹਨਤੀ ਹੈ। ਬਾਕੀ ਟਾਈਮ ਤਾਂ ਉਹਨਾਂ ਹੀ ਲੱਗੇਗਾ ਜਿਹਨਾਂ ਨਾਰਮਲ ਜਿਹੜੀ ਹੈਗਾ ਇਹ ਸਾਰੀ ਜਿਹੜੀ ਫਸਲ ਹੈਗੀ ਹੈ ਇਹ ਕਿੰਨੇ ਦਿਨ ਦੀ ਹੋਏਗੀ, ਇਹ ਰਾਹੁਲ ਜੀ ਜ਼ਿਆਦਾ ਵਧੀਆ ਦੱਸਣਗੇ ਤੁਹਾਨੂੰ ਇਸ ਮਾਮਲੇ। ਅਗਰ ਅਸੀਂ ਗੱਲ ਕਰੀਏ ਕੈਮੀਕਲਸ ਦੀ, ਤੇ ਅਗਰ ਕੈਮੀਕਲ ਸਬਜ਼ੀਆਂ ਦੀ ਗੱਲ ਕਰੀਏ ਤੇ ਉਹ ਉਹਨਾਂ 'ਚ ਕਿੰਨਾ ਸਮਾਂ ਲੱਗਦਾ ਹੈ ਤੇ ਆਰਗੈਨਿਕ ਸਬਜ਼ੀਆਂ ਨੂੰ ਉਗਾਉਣ 'ਚ ਕਿੰਨਾ ਵੀ ਲੱਗੇਗਾ, ਸਮੇਂ 'ਚ ਦਿੱਕਤ ਨਹੀਂ ਆਏਗੀ। ਮੁੱਦਾ ਹੈਗਾ ਕਿ ਤੁਸੀਂ ਜੇ ਇੱਥੇ ਹਸਪਤਾਲ ਚੱਕਰ ਕੱਟਣ ਦੀ ਬਜਾਏ ਤੁਸੀਂ ਆਰਗੈਨਿਕ ਖਾਓ, ਪਹਿਲੇ ਖਾਓ ਹੀ ਜ਼ਹਿਰ ਮੁਕਤ ਤੇ ਬਿਮਾਰੀਆਂ ਹੀ ਨਹੀਂ ਹੋਣਗੀਆਂ। ਇਹ ਜ਼ਿਆਦਾ ਵੱਡੀ ਗੱਲ ਹੈਗੀ ਆ, ਕਿਉਂਕਿ ਬਿਮਾਰੀਆਂ ਹੁੰਦੀਆਂ ਹੀ ਸਾਨੂੰ, ਅਸੀਂ ਜੋ ਕੈਮੀਕਲ ਖਾ ਰਹੇ ਹਾਂ ਉਹ ਸਾਰੀ ਇੰਡੋਕ੍ਰਾਈਨਿਕ ਗਲੈਂਡ ਨੂੰ ਡਿਸਰਪਟ ਕਰਦੇ ਨੇ, ਉਹ ਕਈ ਤਰ੍ਹਾਂ ਦੀ ਬਿਮਾਰੀਆਂ ਹੋਰ ਕਰਦੇ ਪਏ ਨੇ। ਉਸ ਤੋਂ ਬਚਣ ਵਾਸਤੇ ਹੈ ਕਿ ਆਰਗੈਨਿਕ ਖਾਈਏ, ਆਰਗੈਨਿਕ ਖਾ ਲਵਾਂਗੇ ਤੇ ਫਿਰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਹੀਂ ਪੈਣੀ। ਇਹ ਵੱਡੀ ਗੱਲ ਹੈਗੀ ਹੈ। ਰਾਹੁਲ ਜੀ ਤੁਸੀਂ ਦੱਸੋ ਕਿ ਜਿਵੇਂ ਕਿ ਮੈਂ ਦੇਖ ਰਹੀ ਕਿ ਪਾਲਕ ਦੀ ਵੈਰਾਈਟੀ ਡਿਫਰੈਂਟ ਹੈ, ਤੁਸੀਂ ਇਹਨਾਂ ਬਾਰੇ ਦੱਸੋਗੇ? ਇਹ ਸਾਰੇ ਸੈਲਡ ਗ੍ਰੀਨਸ ਨੇ ਤੇ ਸਾਡਾ ਫੋਕਸ ਜ਼ਹਿਰ ਮੁਕਤ ਖੇਤੀ ਤਾਂ ਹੈਗਾ ਹੀ, ਬਟ ਉਸ ਤੋਂ ਜ਼ਿਆਦਾ ਅਸੀਂ ਫੂਡ ਦੀ ਗੱਲ ਕਰਦੇ ਨੇ, ਖਾਣੇ ਦੀ ਗੱਲ ਕਰਦੇ ਨੇ। ਮੇਰਾ ਖਿਆਲ ਹੈ ਸਾਡਾ ਜਿਹੜਾ ਫੋਕਸ ਹੈ ਨਾ ਉਹ ਨਿਊਟ੍ਰੀਸ਼ਨ 'ਤੇ ਹੋਣਾ ਚਾਹੀਦਾ ਹੈ। ਤੇ ਜਦੋਂ ਤੁਸੀਂ ਇਹ ਦੇਖਦੇ ਹੋ ਆਪਣੇ ਸਾਹਮਣੇ ਸਾਰਾ ਇਹ ਮੈਨੂੰ ਦਿਸਦਾ ਨਿਊਟ੍ਰੀਸ਼ਨ। ਇਹ ਹੈ ਕੇਲ। ਹੁਣ ਇਹ ਕੇਲ ਅਸੀਂ ਇੰਟਰੋਡਿਊਸ ਕੀਤਾ ਹੈ, ਇਹ ਵੀ ਹਰੇ ਪੱਤੇਦਾਰ ਸਬਜ਼ੀ ਹੈ, ਇਹਦੇ ਅੰਦਰ ਕੈਲਸ਼ੀਅਮ ਹੁੰਦਾ, ਵਿਟਾਮਿਨ ਡੀ ਹੁੰਦਾ ਹੈ। ਇਹ ਪਾਲਕ ਦੀ ਵੈਰਾਈਟੀ ਹੈ, ਇਹਨੂੰ ਸਵਿਸ ਚਾਰਟ ਕਹਿੰਦੇ ਨੇ, ਬੜੇ ਆਰਾਮ ਨਾਲ ਹੋ ਜਾਂਦਾ ਹੈ ਜਿਵੇਂ ਅਸੀਂ ਪਾਲਕ ਲਗਾਉਂਦੇ ਨੇ। ਇਹ ਵੀ ਬਹੁਤ ਸਿਹਤਮੰਦ ਚੀਜ਼ ਹੈ ਤੇ ਤੁਸੀਂ ਇਹ ਨਿਊਟ੍ਰੀਸ਼ਨ ਕਰਕੇ ਦੇਖੋ। ਮੈਂ ਦੇਖ ਰਹੀ ਕਿ ਦਲੀਆ ਪਿਆ ਹੋਇਆ ਹੈ, ਚਾਵਲ ਪਏ ਹੋਏ ਨੇ, ਗੁੜ ਪਿਆ ਹੋਇਆ ਹੈ। ਕਿਸ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਹੈ ਤੇ ਕਿੰਨਾ ਕੁ ਸਮਾਂ ਲੱਗਾ ਇਹਨੂੰ ਬਣਾਉਣ ਦੇ ਵਿੱਚ, ਤੇ ਇਹਦੇ ਵਿੱਚ ਕਿੰਨੀ ਕੁ ਸੇਫਟੀ ਰੱਖੀ ਗਈ ਹੈ ਕਿ ਇਹ ਵਧੀਆ ਤਰੀਕੇ ਨਾਲ ਬਣੇ? ਇਹ ਸਾਰਾ ਕੁਦਰਤੀ ਤਰੀਕੇ ਨਾਲ ਗਰੋ ਕਰਿਆ ਹੋਇਆ ਹੈ। ਇਹਦੇ ਨਾਲ ਅਸੀਂ ਗੋਬਰ ਮੂਤਰ ਦੇ ਨਾਲ ਖੇਤੀ ਕਰਦੇ ਸਾਰੀ,
ਤੇ ਗ੍ਰੀਨ ਮਨੋਰਿੰਗ ਕਿਤੇ ਕਰਦੇ ਆ, ਉਹਦੇ ਨਾਲ ਸਾਰੇ ਕਰਦੇ ਆ, ਗੁੜ ਸ਼ੱਕਰ ਦਲੀਆ ਚਾਵਲ ਸਾਰਾ ਇਸ ਤਰ੍ਹਾਂ ਉਗਾਉਂਦੇ ਆ ਅਸੀਂ। ਤੁਹਾਨੂੰ ਇੱਕ ਬੜੀ ਹੋਰ ਵਧੀਆ ਇੰਟਰਸਟਿੰਗ ਚੀਜ਼ ਦਿਖਾਉਂਦੇ, ਇੱਥੇ ਇੱਕ ਸਟਾਲ ਲੱਗਾ ਹੋਇਆ ਜਿਹਦੇ ਵਿੱਚ ਤੁਸੀਂ ਘਰ ਦੇ ਵਿੱਚ ਖੇਤੀ ਕਰ ਸਕਦੇ ਹੋ। ਇੱਥੇ ਲੈਟਸ ਲੱਗਾ ਹੋਇਆ ਹੈ, ਟੋਮੈਟੋਜ਼ ਲੱਗੇ ਹੋਏ ਨੇ, ਮਸੰਮੀ ਲੱਗੀ ਹੋਈ ਹੈ। ਸੋ ਇਹ ਕਿਸ ਤਰੀਕੇ ਨਾਲ ਉਗਾਈ ਗਈ, ਤੁਸੀਂ ਘਰ 'ਚ ਕਿਵੇਂ ਉਗਾ ਸਕਦੇ, ਇਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਜਿਹੜੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਵੀ ਪਸੰਦ ਹੁੰਦਾ ਹੈ ਕਿ ਅਸੀਂ ਆਰਗੈਨਿਕ ਤਰੀਕੇ ਨਾਲ ਰਹੀਏ, ਤੇ ਉਹ ਕਿਵੇਂ ਉਗਾ ਸਕਦੇ ਨੇ ਇਹਨਾਂ ਨੂੰ? ਮੈਮ ਦੇਖੋ, ਸ਼ਹਿਰ ਵਿੱਚ ਸਭ ਤੋਂ ਘੱਟ ਜਗ੍ਹਾ ਦੀ ਬਹੁਤ ਪ੍ਰੋਬਲਮ ਹੈ, ਤੇ ਆਪਾਂ ਇਹ ਗਰੋ ਬੈਗਸ ਹੈਗੇ ਆ ਜਿਹਦੇ ਵਿੱਚ ਆਪਾਂ ਕੋਈ ਵੀ ਸਬਜ਼ੀ ਆਪਣੇ ਘਰਾਂ ਦੀ ਛੱਤਾਂ ਤੇ ਬਾਲਕੋਨੀਜ਼ ਤੇ ਲਗਾ ਸਕਦੇ ਹੈਗੇ। ਸਿਰਫ ਸਾਨੂੰ ਸਮਝ ਇਹ ਰੱਖਣੀ ਚਾਹੀਦੀ ਹੈ ਕਿ ਜਿਹੜਾ ਆਪਾਂ ਮਿਕਸਚਰ ਯੂਜ਼ ਕਰਦੇ ਪਏ ਉਹਦੇ ਵਿੱਚ ਖਾਦ, ਕੰਪੋਸਟ ਜਾਂ ਨਿਊਟ੍ਰੀਐਂਟਸ ਕਿੰਨੇ ਹੈਗੇ ਆ। ਜਿੱਦਾਂ ਆਪਾਂ ਭੋਜਨ ਐਜ਼ ਅ ਹਿਊਮਨ ਬੀਇੰਗ ਆਪਾਂ ਖਾਂਦੇ ਹੈਗੇ ਆ, ਪਲਾਂਟਸ ਨੂੰ ਵੀ ਉਹਨਾਂ ਦਾ ਫੂਡ ਚਾਹੀਦਾ। ਜੇ ਆਪਾਂ ਉਹਨਾਂ ਦਾ ਫੂਡ ਪ੍ਰੋਪਰ ਦੇ ਦਈਏ ਤੇ ਸਾਨੂੰ ਪਲਾਂਟਸ ਬਦਲੇ ਵਿੱਚ ਪ੍ਰੋਪਰ ਫੂਡ ਦੇ ਸਕਦੇ। ਇੱਕ ਸਟਾਲ ਇੱਕ ਹੋਰ ਬਹੁਤ ਖਾਸ ਮਿਲਿਆ ਹੈ ਕਿ ਨੈਚੁਰੋਪੈਥੀ ਹੈ ਕਿ ਮੇਰੇ ਨਾਲ ਇਸ ਟਾਈਮ ਤੇ ਡਾਕਟਰ ਡੋਗਰਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਡੋਗਰਾ ਜੀ, ਤੁਸੀਂ ਇਹ ਦੱਸੋ ਕਿ ਜਿਵੇਂ ਕਿ ਤੁਸੀਂ ਲਿਖਿਆ ਨੈਚੁਰੋਪੈਥੀ ਹੈ ਕੀ? ਨੈਚੁਰੋਪੈਥੀ ਕੋਈ ਪੈਥੀ ਨਹੀਂ, ਇਹ ਜੀਵਨ ਜੀਣ ਦੀ ਕਲਾ। ਸਾਡੀ ਬਾਡੀ ਜਿਹੜੇ 5 ਐਲੀਮੈਂਟ ਨਾਲ ਬਣੀ ਆ, ਆਕਾਸ਼, ਵਾਯੂ, ਅਗਨੀ, ਪ੍ਰਿਥਵੀ ਤੇ ਜਲ, ਇਹਨਾਂ 'ਚ ਬਾਡੀ ਬਣੀ ਹੈ। ਜੇ ਇਹਨਾਂ 'ਚ ਕੋਈ ਵਿਕਾਰ ਆ ਤਾਂ ਇਹਨਾਂ ਨਾਲ ਠੀਕ ਹੋਣੀ ਹੈ। ਲੱਕੜੀ ਨਾਲ ਲੱਕੜੀ ਲੱਗੇ ਤਾਂ ਲੋਹੇ ਨਾਲ ਲੋਹਾ ਲੱਗੇਗਾ, ਇਹ ਸਿੱਧੀ ਜੀ ਗੱਲ ਹੈ। ਤਾਂ ਇਸ ਕਰਕੇ ਸਾਡੇ ਇਹੋ ਐਲੀਮੈਂਟ ਨੂੰ ਅਸੀਂ ਕਰਨੇ ਆ। ਸਾਡਾ ਬੇਸਿਕ ਪ੍ਰਿੰਸੀਪਲ ਹੈ ਅੰਦਰ ਵਿਜਾਤੀ ਦਰਵ ਦਾ ਜਾਂ ਟੌਕਸਿਨ ਦਾ ਇਕੱਠਾ ਹੋ ਜਾਣਾ, ਜੋ ਅਸੀਂ ਖਾਂਦੇ ਆ ਹਜ਼ਮ ਹੋ ਜਾਏ, ਉਹਦੇ ਰਾਤ ਸਾਡੀ ਬੋਡੀ ਅਸੀਮੂਲੇਟ ਹੋ ਜਾਣ ਔਰ ਗੰਦਗੀ ਬਾਹਰ ਨਿਕਲ ਜਾਏ, ਅਸੀਂ ਬਿਮਾਰ ਨਹੀਂ ਹੁੰਦੇ। ਤੇ ਤੁਸੀਂ ਇਹਦਾ ਟ੍ਰੀਟਮੈਂਟ ਕਿਵੇਂ ਕਰਦੇ ਹੋ ਫਿਰ? ਪਾਣੀ ਤੇ ਮਿੱਟੀ ਨਾਲ ਮਸਾਜ, ਸਟੀਮ, ਪਾਣੀ 'ਚ ਬਿਠਾਣਾ ਔਰ ਖਾਣੇ ਨੂੰ ਠੀਕ ਕਰਨਾ। ਅਸੀਂ ਖਾਣਾ ਨਹੀਂ ਛੱਡਦੇ, ਸਭ ਤੋਂ ਵੱਡੀ ਪ੍ਰੋਬਲਮ। ਭੁੱਖ ਹੋਏ ਨਾ ਹੋਏ ਅਸੀਂ ਖਾਈ ਜਾਣਾ। ਟਾਈਮ ਹੋ ਗਿਆ, ਕੀ ਖਾਣਾ ਸਾਨੂੰ ਇਹ ਨਹੀਂ ਪਤਾ, ਕਦੋਂ ਖਾਣਾ ਇਹ ਵੀ ਨਹੀਂ ਪਤਾ, ਕਿੰਨਾ ਖਾਣਾ ਇਹ ਵੀ ਨਹੀਂ ਪਤਾ, ਤੇ ਕਿਸ ਤਰ੍ਹਾਂ ਖਾਣਾ ਇਹ ਵੀ ਨਹੀਂ ਪਤਾ। ਮੇਰੇ ਨਾਲ ਇਸ ਟਾਈਮ ਤੇ ਡਾਕਟਰ ਅਪਿੰਦਰਜੀਤ ਸਿੰਘ ਗਿੱਲ, ਉਹਨਾਂ ਨੇ ਗੱਲ ਕਰਦੇ ਕਿ ਮਲੇਰੀਆ ਜਾਂ ਜਿਹੜਾ ਡੇਂਗੂ ਹੈ, ਇਹ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ, ਤੇ ਜਿਹੜਾ ਸਮਾਂ ਚੱਲਦਾ ਪਿਆ, ਜਿਹੜਾ ਮੌਸਮ ਚੱਲਦਾ ਪਿਆ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ ਮਲੇਰੀਆ ਤੋਂ। ਅਸੀਂ ਜੀ ਮਲੇਰੀਆ ਤਾਂ ਦੇਖੋ ਚੰਡੀਗੜ੍ਹ ਹੈ ਜਾਂ ਪੰਜਾਬ ਹੈ, ਵੀ ਆਰ ਨੀਅਰ ਐਲੀਮੀਨੇਸ਼ਨ, ਤੇ ਮਲੇਰੀਆ ਕੋਈ ਜ਼ਿਆਦਾ ਇਸ ਵੇਲੇ ਸਾਡੇ ਲਈ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾ। ਡੇਂਗੀ ਜਿਹੜਾ ਹੈਗਾ ਉਹ ਥੋੜਾ ਜਿਹਾ ਸਾਡੇ ਲਈ ਇਸ ਵੇਲੇ ਪ੍ਰੋਬਲਮੈਟਿਕ ਹੈਗਾ, ਕਿਉਂਕਿ ਦੇਖੋ ਤੁਸੀਂ ਦਸੰਬਰ ਦਾ ਮਹੀਨਾ ਆ ਗਿਆ ਤੇ ਹਲੇ ਵੀ ਕੇਸਿਸ ਆ ਰਹੇ ਨੇ, ਦੋ ਉਹਨਾਂ ਦੀ ਮਾਤਰਾ ਘਟੀ ਹੈ ਬਟ ਫਿਰ ਵੀ ਕੇਸਿਸ ਪੋਜ਼ਿਟਿਵ ਆ ਰਹੇ ਨੇ। ਆ ਤੁਸੀਂ ਦੇਖੋ ਇੱਥੇ ਲਾਰਵਾ ਵੀ ਜਿਹੜਾ ਹੈਗਾ ਇਹ ਡੇਂਗੀ ਦਾ ਹੀ ਲਾਰਵਾ ਰੱਖਿਆ ਹੋਇਆ ਸੀ, ਇਹ ਕੱਲ 23 ਸੈਕਟਰ ਦੇ ਕੂਲਰ ਚੋਂ ਮਿਲਿਆ। ਇੰਨਾ ਟੈਂਪਰੇਚਰ ਘਟਣ ਦੇ ਬਾਵਜੂਦ ਬਰੀਡਿੰਗ ਹੋ ਰਹੀ ਹੈ ਔਰ ਅਡਲਟ ਬਣ ਰਿਹਾ ਹੈ, ਜੋ ਕਿ ਇੱਕ ਬਹੁਤ ਬੜਾ ਚਿੰਤਾ ਦਾ ਵਿਸ਼ਾ ਹੈ। ਮਲੇਰੀਆ ਜਾਂ ਡੇਂਗੂ ਤੋਂ ਬਚਣਾ ਹੋਵੇ ਤੇ ਘਰ ਵਿੱਚ ਕਿਹੜੀਆਂ ਜਿਹੜੀਆਂ ਹਦਾਇਤਾਂ ਤੁਸੀਂ ਦੇਣਾ ਚਾਹੋਗੇ ਕਿ ਤੁਸੀਂ ਕੀ ਨਹੀਂ ਕਰਨਾ ਚਾਹੀਦਾ? ਜੀ ਜਿਹੜਾ ਡੇਂਗੀ ਹੈਗਾ ਉਹ ਬੇਸਿਕਲੀ ਰਿਚ ਮੈਨਸ ਮਲੇਰੀਆ। ਜਿੱਦਾਂ ਅਰਬਨਾਈਜੇਸ਼ਨ ਹੋ ਰਹੀ ਹੈ, ਇਹ ਘਰਾਂ ਦੇ ਜਿਹੜਾ ਡੇਂਗੀ ਦਾ ਮੱਛਰ ਹੈ ਘਰਾਂ ਦੇ ਵਿੱਚ ਔਰ ਘਰਾਂ ਦੇ ਆਸ-ਪਾਸ ਹੀ ਮਿਲਦਾ ਔਰ ਸਾਫ਼ ਪਾਣੀ ਦੇ ਵਿੱਚ ਪਨਪਦਾ ਹੈ। ਤੇ ਲੋਕਾਂ ਨੂੰ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਆਪਣਾ ਘਰ ਦਾ ਆਲਾ ਦੁਆਲਾ ਸਾਫ਼ ਰੱਖਣ, ਕਿਤੇ ਵੀ ਪਾਣੀ ਨਾ ਖੜਾ ਹੋਣ ਦੇਣ, ਔਰ ਜਿੰਨਾ ਵੀ ਜੰਕ ਮਟੀਰੀਅਲ ਹੈ ਘਰ ਦੇ ਅੰਦਰ ਤੇ ਆਸ-ਪਾਸ ਉਹਨੂੰ ਸੁੱਟ ਦਿੱਤਾ ਜਾਵੇ, ਕਬਾੜੀਏ ਨੂੰ ਬੁਲਾ ਕੇ ਚੁਕਾ ਦਿੱਤਾ ਜਾਵੇ, ਛੱਤਾਂ ਤੇ ਟਾਇਰ ਨਾ ਰੱਖੇ ਜਾਣ, ਫ੍ਰਿਜ ਦੇ ਪਿੱਛੇ ਜਿਹੜੀ ਟਰੇ ਹੈ ਉਹਨੂੰ ਹਰ ਹਫਤੇ ਸਾਫ਼ ਕੀਤਾ ਜਾਵੇ, ਖਾਸ ਤੌਰ ਵਿੰਟਰਸ ਵਿੱਚ। ਜਿਹੜਾ ਇਹ ਡੇਂਗੀ ਬਿਮਾਰੀ ਹੈ ਇਹ ਨਹੀਂ ਜਾ ਸਕਦੀ ਜਦ ਤੱਕ ਕਮਿਊਨਿਟੀ ਦੀ ਪਾਰਟਿਸਿਪੇਸ਼ਨ, ਇਨਵੋਲਵਮੈਂਟ ਔਰ ਸਪੋਰਟ ਨਾ ਹੋ। आयुष्मान भारत जो है, इसमें गवर्नमेंट ऑफ इंडिया की तरफ से हमें गरीब परिवारों का डाटा मिला हुआ है। उस डाटा में हम इन परिवारों में शामिल हुए परिवारों को बुला के उनका मौके पर उनके आधार कार्ड के और राशन कार्ड के आधार पर हम उनका मौके पर कार्ड बना के देते हैं। तो इसमें फार्म फिल करने का नहीं है, लेकिन मौके पर उनका परिवारों के जिनके नाम हैं उनको वहीं पर ही मौके पे कार्ड देने का प्रावधान दिया हुआ है गवर्नमेंट ऑफ इंडिया की तरफ से, और हम मौके पे कार्ड बना के देते हैं। आगे आने वाले टाइम में हम जोशी फाउंडेशन की ये जो पोटेंशियल हमें पता चला है लोगों को हर एरिया में कैंप लगा के बुलाने का, उसके लिए हम उनको निवेदन करेंगे कि हमारे साथ जुड़ें और हम उनकी सहायता लेंगे, और आगे के कैंप भी इसकी दुगनी सफलता के साथ शायद हम कामयाब हो सकेंगे। यहाँ पे मेडिटेशन से हम जो कर रहे हैं उससे हम स्ट्रेस लेवल चेक कर सकते हैं कि डे टू डे लाइफ में हमारा स्ट्रेस लेवल कितना ज़्यादा है। स्ट्रेस होने की वजह से हमारी कंसंट्रेशन के ऊपर इम्पैक्ट आता है, तो हमारी कंसंट्रेशन कम हो जाती है, और जब हम मेडिटेशन करते हैं तो उससे हमारा माइंड जो है वो शांत हो जाता है, और शांत रहने की वजह से हमारी कंसंट्रेशन जो है वो इम्प्रूव हो जाती है।
अब यहाँ पे अगर हम देखेंगे, अभी हम मेडिटेशन तो अभी नहीं कर रहे हैं, यहाँ पे हमारा एक अंदर एक रूम बना है, वहाँ पे हम मेडिटेशन करके देख सकते हैं। कोई बहुत ज़्यादा तनाव वाला व्यक्ति आएगा तो वो क्या करेगा, इसको हम घुमाएंगे तो ये प्रॉपरली इसको कर नहीं पाएगा, ये टकराएगी इससे। ਸੋ ਜਿੱਥੇ ਜੋਸ਼ੀ ਫਾਊਂਡੇਸ਼ਨ ਵੱਲੋਂ ਬਹੁਤ ਸਾਰਾ ਯੋਗਦਾਨ ਪਾਇਆ ਗਿਆ ਕਿ ਡਿਫਰੈਂਟ ਡਾਕਟਰ ਇੱਕੋ ਜਗ੍ਹਾ ਤੇ ਬੁਲਾਏ ਗਏ, ਹਰ ਤਰ੍ਹਾਂ ਦੀ ਅਵੇਲੇਬਿਲਿਟੀ ਕਰਾਈ ਗਈ ਪੇਸ਼ੈਂਟਸ ਨੂੰ। ਸੋ ਪੇਸ਼ੈਂਟਸ ਤੋਂ ਵੀ ਜਾਣਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਇੱਥੇ ਆ ਕੇ। बहुत अच्छी फीलिंग सी, बहुत अच्छा इंतजाम सी और डॉक्टर्स वधिया अटेंड कर रहे सी, कोई परेशानी नहीं हुई। हर तरह के मतलब डॉक्टर सी, मैं आई च भी दिखाया, ENT च भी दिखाया, आयुर्वेदिक च भी दिखाया। डॉक्टर्स वगैरह काफ़ी अच्छे डॉक्टर्स हैं जिन्हें के प्रॉपर चेकअप कर रहे हैं, तो जिन्हें टेस्ट वगैरह वो भी सारे फ्री हुए है और रिजल्ट पुराने टेस्टां नूं जिवें मैं कंपेयर करके देखदा, रिजल्ट भी मतलब एक्यूरेट लगते हैं, ये नहीं लगते कि कोई एक टाइम पास किया है। यहाँ पे बहुत अच्छा लगा मुझे। अभी मैं एंडोक्राइन में कार्डियोलॉजिस्ट सबको कंसल्ट करके आ रही हूँ, सब कुछ बहुत अच्छा लगा। ये कैंप पब्लिक के लिए बहुत अच्छा है, बहुत सुविधा दिया उन्होंने, घर से ड्रॉप भी किया उन्होंने, फिर सबको घर छोड़ेंगे और हम चाहते हैं साल में 1-2 बार तो लगनी चाहिए ताकि सबको अपनी अपनी बॉडी का थोड़ा ध्यान देते हैं। जोशी फाउंडेशन वालों ने बहुत अच्छा यानी जो है सुविधा दी है, मेडिकल का, आयुर्वेदिक भी है, एलोपैथिक भी है, मुझे तो बहुत अच्छा लगा। ਸੋ ਜੋਸ਼ੀ ਫਾਊਂਡੇਸ਼ਨ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ, ਇਹ ਨਾ ਸਿਰਫ ਇੱਕ ਕੈਂਪ ਸੀ, ਸਗੋਂ ਇੱਥੇ ਇੱਕ ਬਹੁਤ ਹੀ ਖਾਸ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਕ ਤਰ੍ਹਾਂ ਦੀ ਸੇਵਾ ਸੀ ਜਿਹੜੀ ਕਿ ਲੋਕਾਂ ਲਈ ਕੀਤੀ ਗਈ ਸੀ ਤੇ ਹਜ਼ਾਰਾਂ ਲੋਕ ਇੱਥੇ ਆਏ, ਉਹਨਾਂ ਨੇ ਚੈੱਕਅਪ ਕਰਵਾਇਆ, ਉਹਨਾਂ ਨੂੰ ਸਹੂਲਤਾਂ ਮਿਲੀਆਂ ਗਿਆ, ਡਾਕਟਰਸ ਵੱਲੋਂ ਸੁਜੈਸ਼ਨ ਮਿਲਿਆ ਗਿਆ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਿਰਫ ਨਾ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਸਗੋਂ ਆਰਗੈਨਿਕ ਫਰੂਟਸ, ਆਰਗੈਨਿਕ ਵੈਜੀਟੇਬਲਸ ਖਾਂਦੇ ਹੋਏ ਆਪਣੇ ਜੀਵਨ ਨੂੰ ਹੋਰ ਵਧੀਆ ਬਣਾਉਣਾ ਚਾਹੀਦਾ ਤੇ ਨਾਲ ਹੀ ਆਸ-ਪਾਸ ਦੇ ਜਿਹੜੇ ਲੋਕਾਂ ਨੇ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਕੈਮਰਾ ਪਰਸਨ ਦਨਜੀਤ ਦੇ ਨਾਲ ਰਾਮਪ੍ਰੀਤ ਕੌਰ, PTC ਨਿਊਜ਼, ਚੰਡੀਗੜ੍ਹ।